ਤੇ ਸਾਡੇ ਮਨ ਵਿੱਚ ਸਭ ਤੋਂ ਪਹਿਲੀ ਜਿਹੜਾ ਗੱਲ ਆਉਂਦੀ ਹੈ ਉਹ ਇਹ ਹੈ ਕਿ ਇਹ ਇੱਕ ਸਪਿਰਿਚੁਅਲ ਜਾਂ ਰੂਹਾਨੀਅਤ ਵਾਲਾ ਗਿਆਨ ਹੈ ਇਸ ਦੇ ਵਿੱਚ। ਔਰ ਅਸੀਂ ਉਸ ਨੂੰ ਕਈ ਰੂਹਾਨੀਅਤ ਦੇ ਜਾਂ ਸਪਿਰਿਚੁਅਲਿਟੀ ਦੇ ਆਸਪੈਕਟਸ ਨੂੰ ਸਟੱਡੀ ਕਰਦੇ ਹਾਂ। ਦੁਨੀਆ ਜਦ ਤੋਂ ਇਸ ਦੀ ਸਟੱਡੀ ਸ਼ੁਰੂ ਹੋਈ ਹੈ, ਇਹਦੇ ਕਈ ਆਸਪੈਕਟਸ ਨੂੰ ਸਟੱਡੀ ਕੀਤਾ ਜਾ ਚੁੱਕਾ ਹੈ। ਪਰ ਮੈਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਸਾਹਿਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੀ ਕੁਝ ਮਿਲਿਆ। ਮੈਨੂੰ ਲੱਗਾ ਜਿਸ ਵਕਤ ਸਾਰੀ ਮੈਂ ਆਪਣੀ ਸਟੱਡੀ ਕੰਪਲੀਟ ਕੀਤੀ ਕੁਝ ਮਹੀਨੇ ਲਾ ਕੇ, ਤਾਂ ਮੈਨੂੰ ਇਹ ਪਤਾ ਲੱਗਾ ਕਿ ਇਹ ਤਾਂ ਇੱਕ ਬੋਹੜ ਦਾ ਦਰਖਤ ਹੈ, ਬਹੁਤ ਵੱਡਾ, ਸਦੀਵੀ। ਔਰ ਇਸ ਦੇ ਹੇਠਾਂ ਪੰਜਾਬੀ ਸਾਹਿਤ ਸਾਰਾ ਪ੍ਰਫੁੱਲਿਤ ਹੋ ਰਿਹਾ ਹੈ। ਰਾਦਰ ਇਹ ਵੀ ਮੈਂ ਕਹਿ ਸਕਦਾ ਕਿ ਜਿੰਨੀ ਦੇਣ ਪੰਜਾਬੀ ਸਾਹਿਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ, ਉਹ ਤਾਂ ਅੱਜ ਤੱਕ ਜਿੰਨੇ ਕਵੀ ਲੇਖਕ ਹੋਏ ਨੇ, ਅਗਰ ਉਹਨਾਂ ਸਾਰਿਆਂ ਨੂੰ ਮਿਲਾ ਵੀ ਲਈਏ ਉਹਨਾਂ ਦੀ ਦੇਣ ਨੂੰ, ਤਦ ਵੀ ਉਹਦੀ ਬਰਾਬਰੀ ਨਹੀਂ ਹੋ ਸਕਦੀ। ਸੋ ਇਸ ਸੰਬੰਧ 'ਚ ਮੈਂ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦਾ। ਸੋ ਕਾਈਂਡਲੀ ਇਹ ਦੇਖੋ, ਮੈਂ ਸਕਰੀਨ ਦੇ ਉੱਤੇ ਇਹਨਾਂ ਵਿਚਾਰਾਂ ਦਾ ਕੁਝ ਪ੍ਰਗਟਾਵਾ ਕੀਤਾ ਹੈ। ਸੋ ਇਹਦੇ ਵਿੱਚ ਮੈਂ ਸਪਿਰਿਚੁਅਲ ਗੱਲਬਾਤ ਜਿਹੜੀ ਹੈ ਉਹ ਆਸਪੈਕਟ ਸਟ੍ਰੈਸ ਨਹੀਂ ਕਰਾਂਗਾ। ਸਿਰਫ ਸਾਹਿਤ ਦਾ ਵਿਕਾਸ ਜਿਹੜਾ ਹੈ, ਸਿਰਫ ਉਸੇ ਦੀ ਗੱਲ ਕਰਾਂਗਾ। ਜੇ ਤੁਸੀਂ ਦੇਖੋ ਕਿ ਆਦਿ ਗ੍ਰੰਥ ਜਿਹੜਾ ਹੈ ਉਸ ਦੀ ਪ੍ਰਮਾਣਿਕਾ ਜਿਹੜੀ ਹੈ, ਉਹ ਸਭ ਤੋਂ ਪਹਿਲੇ ਭਾਈ ਗੁਰਦਾਸ ਜੀ ਦੀ ਵਾਰ ਵਿੱਚ ਆਉਂਦੀ ਹੈ, ਜਦੋਂ ਕਹਿੰਦੇ ਨੇ ਕਿ ਆਸਾ ਹੱਥ ਕਿਤਾਬ ਕੱਚ ਕੂਜਾ ਬਾਂਗ ਮੁਸੱਲਾ ਤਾਰੀ। ਯਾਨੀ ਕਿ ਗੁਰੂ ਨਾਨਕ ਦੇਵ ਜੀ ਦੇ ਬਾਰੇ ਉਹ ਦੱਸਦੇ ਨੇ ਕਿ ਉਹਨਾਂ ਨੇ ਹੱਥ ਵਿੱਚ ਇੱਕ ਗਿਆਨ ਦਾ ਝੰਡਾ ਫੜ ਕੇ ਤੇ ਇੱਕ ਕਿਤਾਬ ਜਿਸ ਤੇ ਉਹ ਲਿਖ ਰਹੇ ਨੇ, ਉਹਨੂੰ ਆਪਣੇ ਕੱਛ ਵਿੱਚ ਬਾਂਹ ਦੇ ਥੱਲੇ ਰੱਖਿਆ ਹੋਇਆ, ਔਰ ਬਾਂਗ ਦੇਣ ਵਾਲਾ ਜਿਹੜਾ ਮੁਸੱਲਾ ਹੈ ਉਹ ਹੱਥ ਵਿੱਚ ਕੂਜੇ ਦੇ ਸ਼ਕਲ 'ਚ ਪਕੜਿਆ ਹੋਇਆ ਹੈ। ਤੋ ਇੱਥੋਂ ਇਹ ਗੱਲ ਕਲੀਅਰ ਹੈ ਕਿ ਉਹ ਆਪਣੀ ਜੋ ਵੀ ਬਾਣੀ ਸੀ, ਸ਼ਲੋਕ ਸਨ, ਉਹਨਾਂ ਨੂੰ ਉਹ ਕਿਧਰੇ ਦਰਜ ਕਰਦੇ ਸੀ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਹੋਰ ਗੁਰੂ ਸਾਹਿਬਾਨ ਦੀ ਬਾਣੀ ਅੱਗੇ ਤੋਂ ਅੱਗੇ ਜਿਹੜੀ ਸੀ ਉਹ ਚੱਲਦੀ ਰਹੀ ਇਸੇ ਤਰ੍ਹਾਂ। ਤੇ ਅਖੀਰ ਜਿਸ ਵਕਤ ਇਹਦੀ ਕੰਪਾਈਲੇਸ਼ਨ ਦਾ ਟਾਈਮ ਆਇਆ, ਤਾਂ ਗੁਰੂ ਅਰਜਨ ਦੇਵ ਜੀ ਨੇ ਗੌੜੀ ਮਹਲਾ ਪੰਜਵਾਂ ਦੇ ਵਿੱਚ ਇਹ ਗੱਲ ਲਿਖੀ, ਹਮ ਧਨਵੰਤ ਭਾਗਟ ਸਚਨਾਏ, ਹਰ ਗੁਣ ਗਾਵੇਂ ਸਹਿਜ ਸੁਭਾਏ, ਰਹਾਉ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ। ਸੋ ਇੱਥੋਂ ਇਹਦਾ ਮਤਲਬ ਹੈ ਕਿ ਪੰਜਵੇਂ ਪਾਤਸ਼ਾਹ ਜਿਹੜੇ ਨੇ, ਉਹ ਪਹਿਲੇ ਚਾਰ ਗੁਰੂ ਸਾਹਿਬਾਨ ਦਾ ਜਿਹੜੀ ਬਾਣੀ ਹੈ ਰਿਕਾਰਡਡ ਹੈ, ਉਸ ਨੂੰ ਉਹ ਪਿਓ ਦਾਦੇ ਦਾ ਖਜ਼ਾਨਾ ਕਹਿ ਰਹੇ ਨੇ। ਔਰ ਬਹੁਤ ਸਾਰੀ ਬਾਣੀ ਉਹਨਾਂ ਨੇ ਖੁਦ ਵੀ ਰਚਨਾ ਕੀਤੀ। ਔਰ ਅੱਗੇ ਇੱਕ ਜਗ੍ਹਾ ਉਹ ਇਹ ਵੀ ਲਿਖਦੇ ਨੇ, ਪਿਓ ਦਾਦਾ ਪੜ੍ਹਦਾ ਦਿਓ
कुल दीपक अजरावर मता। अजरावर ਦਾ अर्थ यही है कि जो विनाश नहीं ਹੁੰਦਾ, जो हमेशा रहने वाला है। तो गुरबाणी ਨੂੰ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਇਹਦਾ ਇੱਕ ਬੜਾ ਆਥੈਂਟਿਕ ਔਰ ਪ੍ਰਮਾਣਿਕ ਇਤਿਹਾਸ ਹੈ। ਹੁਣ ਇਹ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਬਈ 1 ਸਤੰਬਰ 1604 ਨੂੰ ਆਦਿ ਗ੍ਰੰਥ ਦੀ ਸਥਾਪਨਾ ਹੋਈ ਹਰਿਮੰਦਰ ਸਾਹਿਬ ਵਿੱਚ। ਔਰ ਮੇਨ ਜਿਹੜੇ ਲਿਖਾਰੀ ਸਨ ਭਾਈ ਗੁਰਦਾਸ ਜੀ, ਉਹਨਾਂ ਦੇ ਨਾਲ 4 ਸਹਾਇਕ ਹੋਰ ਵੀ ਸਨ। ਔਰ ਘੱਟ ਲੋਕਾਂ ਨੂੰ ਸ਼ਾਇਦ ਇਹ ਪਤਾ ਹੋਵੇ ਕਿ ਇਹ ਬਹੁਤ ਵੱਡੇ ਬ੍ਰਾਹਮਣ ਔਰ ਵਿਦਵਾਨ ਸਨ ਆਪਣੇ ਟਾਈਮ ਦੇ। ਭਾਈ ਸੰਤ ਦਾਸ ਜੀ, ਭਾਈ ਹਰੀਆ ਜੀ, ਭਾਈ ਸੁੱਖਾ ਜੀ ਔਰ ਭਾਈ ਮਨਸਾ ਰਾਮ ਜੀ। ਸੋ ਇਹ ਮੈਂ ਤੁਹਾਡੇ ਨੌਲੇਜ ਵਿੱਚ ਲਿਆਉਣਾ ਚਾਹੁੰਦਾ ਸੀ। ਹੋ ਸਕਦਾ ਬਹੁਤ ਸਾਰੇ ਸੰਗਤ ਵਿੱਚ ਇਹ ਜਾਣਦੇ ਵੀ ਹੋਣ। ਔਰ ਜਿਹੜੀ ਸਭ ਤੋਂ ਪਹਿਲੀ ਰਚਨਾ ਬੀੜ ਦੀ ਹੋਈ ਸੀ, ਉਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਸਤਖਤ ਨੇ ਉਸ ਦੇ ਵਿੱਚ। ਉਹਦੀ ਆਥੈਂਟਿਸਿਟੀ ਨੂੰ ਉਹਨਾਂ ਨੇ ਕਨਫਰਮ ਕੀਤਾ। ਬਾਅਦ ਦੇ ਵਿੱਚ ਧੀਰਮਲ ਤੋਂ ਉਹ ਅੱਗੇ ਮਹਾਰਾਜਾ ਰਣਜੀਤ ਸਿੰਘ ਕੋਲ ਚਲੀ ਗਈ, ਫਿਰ ਅੰਗਰੇਜ਼ਾਂ ਦੇ ਕੋਲ, ਔਰ ਹੁਣ ਉਹ ਅੱਜ ਕੱਲ੍ਹ ਧੀਰਮਲੀ ਸੋਢੀਏ ਜਿਹੜੇ ਨੇ, ਸੋਢੀ ਖਾਨਦਾਨ ਹੈ, ਉਹ ਜਿਹੜੇ ਕਰਤਾਰਪੁਰ ਜਲੰਧਰ ਦੇ ਨਜ਼ਦੀਕ ਇੱਕ ਜਗ੍ਹਾ ਹੈ, ਉੱਥੇ ਉਹਨਾਂ ਦੇ ਪਾਸ ਇਹ ਪਹਿਲੀ ਬੀੜ। ਸੋ ਕਈ ਲੋਕਾਂ ਦਾ ਇਹ ਕਹਿਣਾ, ਇਤਿਹਾਸਕਾਰਾਂ ਦਾ, ਕਿ ਜਦ ਉਹ ਮੰਗੀ ਗਈ ਬੀੜ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਵੱਲੋਂ, ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਔਰ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਆਪ ਹੀ ਆਪਣੀ ਯਾਦਾਸ਼ਤ ਤੋਂ ਲਿਖ ਲਓ। ਪਰ ਇਹ ਵੀ ਐਵੀਡੈਂਸ ਮਿਲਦਾ ਹੈ ਇਸ ਹਿਸਟਰੀ ਦੇ ਵਿੱਚ ਕਿ ਬਾਅਦ ਦੇ ਵਿੱਚ ਜਿਹੜੇ ਧੀਰਮਲੀ ਸਨ, ਉਹਨਾਂ ਨੇ ਉਹ ਜਿਹੜੀ ਬੀੜ ਸੀ ਕਰਤਾਰਪੁਰ ਵਾਲੀ, ਉਹ ਕੁਛ ਦੇ ਲਈ ਗੁਰੂ ਸਾਹਿਬ ਨੂੰ ਮੁਕਤਸਰ ਸਾਹਿਬ ਵਾਸਤੇ ਭੇਜੀ ਵੀ ਸੀ। ਖੈਰ ਉਹ ਸਾਡਾ ਸਬਜੈਕਟ ਨਹੀਂ ਹੈ, ਪਰ ਮੈਂ ਇਹ ਗੱਲ ਦੱਸਣਾ ਚਾਹੁੰਦਾ ਕਿ ਇਸ ਦੇ ਵਿੱਚ ਭਾਈ ਮਨੀ ਸਿੰਘ ਔਰ ਭਾਈ ਦੀਪ ਸਿੰਘ ਜੀ ਦਾ ਬਹੁਤ ਵੱਡਾ ਹੱਥ ਸੀ। ਉਹਨਾਂ ਨੇ ਸੰਸ਼ੋਧਨ ਕਰਕੇ ਇਹਦੀਆਂ ਕਾਪੀਆਂ ਕਰਕੇ ਤੇ ਹੋਰ ਜਗ੍ਹਾ ਭੇਜਿਆ, ਹੱਥ ਲਿਖਤ। ਔਰ ਇਹ ਸਾਰੀਆਂ ਲੜੀਵਾਰ ਹੁੰਦੀਆਂ ਸੀ, ਪਦਛੇਦ ਇਹ 'ਚ ਨਹੀਂ ਸੀ। ਇਹ 1864 ਵਿੱਚ ਜਦੋਂ ਪ੍ਰਿੰਟਿੰਗ ਸ਼ੁਰੂ ਹੋਈ, ਉਦੋਂ ਉਹਨਾਂ ਦੇ ਪਦਛੇਦ ਸ਼ੁਰੂ ਹੋਏ, ਯਾਨੀ ਅੱਖਰ ਅਲੱਗ-ਅਲੱਗ ਲਿਖੇ ਜਾਣ ਲੱਗ ਪਏ। ਇੱਥੋਂ ਇੱਕ ਬੜੀ ਗੱਲ ਕਲੀਅਰ ਮੈਂ ਹੁਣ ਦੱਸਣਾ ਚਾਹੁੰਦਾ, ਉਹ ਇਹ ਹੈ ਕਿ ਗੁਰਮੁਖੀ ਲਿਪੀ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਤੋਂ ਇਹ ਗੱਲ ਸ਼ੁਰੂ ਹੋਈ ਹੈ। ਭਾਵੇਂ ਉਸ ਦੇ ਵਿੱਚ ਸਟੈਂਡਰਡਾਈਜੇਸ਼ਨ ਜਾਂ ਸੁਧਾਰ ਜੋ ਵੀ ਸੀ, ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਬਾਅਦ 'ਚ ਕੀਤਾ। ਪਰ ਇਹ ਭਾਸ਼ਾ ਔਰ ਇਹ ਲਿਪੀ ਪਹਿਲੇ ਵੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਵੀ ਹੈ ਸੀ। ਔਰ ਕੁਝ ਕਿਧਰੇ ਐਵੀਡੈਂਸ ਮਿਲਦਾ ਕਿ ਇੰਡਸ ਵੈਲੀ ਸਿਵਲਾਈਜੇਸ਼ਨ ਔਰ ਮੋਹਨਜੋਦਾਰੋ ਹਰੱਪਾ ਦੇ ਜਿਹੜੇ ਟਾਈਮ ਸਨ, ਉਹਨਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਦੇ ਲਿਖੀਆਂ ਹੋਈਆਂ ਕੁਝ ਚੀਜ਼ਾਂ ਪੱਥਰਾਂ ਦੇ ਉੱਤੇ ਜਾਂ ਤਾਂਬੇ ਦੇ ਬਰਤਨਾਂ ਦੇ ਉੱਤੇ ਉਹਦੇ ਕੁਝ ਐਵੀਡੈਂਸ ਮਿਲਦਾ ਹੈ। ਪਰ ਖੈਰ ਅਸੀਂ ਇਸ ਨੂੰ ਇੱਦਾਂ ਸਮਝ ਲੈਂਦੇ ਹਾਂ ਕਿ ਇਹ ਗੁਰੂ ਨਾਨਕ ਸਾਹਿਬ ਤੋਂ ਹੀ ਪੰਜਾਬੀ ਭਾਸ਼ਾ ਦਾ ਗੁਰਮੁਖੀ ਵਿੱਚ ਸ਼ੁਰੂਆਤ ਹੋਈ। ਔਰ ਇਹ ਕਿਹਾ ਜਾ ਸਕਦਾ ਹੈ ਕਿ ਇਹ ਸੰਸਾਰ ਦਾ ਸਭ ਤੋਂ ਵੱਡਾ ਖਜ਼ਾਨਾ ਹੈ, ਨਾ ਸਿਰਫ ਅਧਿਆਤਮ ਦਾ, ਰੂਹਾਨੀਅਤ ਦਾ, ਬਲਕਿ ਲਿਟਰੇਚਰ ਦਾ, ਸਾਹਿਤ ਦਾ ਵੀ। ਇਸ ਗੱਲ ਨੂੰ ਅਸੀਂ ਕਿੱਦਾਂ ਦੇਖਦੇ ਹਾਂ? ਉਹ ਇਹ ਹੈ ਕਿ ਕਈ ਅਦੁੱਤੀ ਸਾਹਿਤਕ ਵਿਸ਼ੇਸ਼ਤਾਵਾਂ ਇਸ ਵਿੱਚ ਨੇ। ਅਦੁੱਤੀ ਤੋਂ ਮੇਰਾ ਮਤਲਬ ਹੈ ਕਿ ਯੂਨੀਕ, ਜਿਹੜੀਆਂ ਹੋਰ ਕਿਸੇ ਫਾਰਮ ਆਫ ਲਿਟਰੇਚਰ ਦੇ ਵਿੱਚ ਹੋਣਗੀਆਂ, ਲੇਕਿਨ ਇਹਨਾਂ ਵਿੱਚ ਉਸ ਦੀ ਜਿਹੜੀ ਵਰਤੋਂ ਹੈ ਉਹ ਕੁਛ ਵੱਖਰੇ ਤਰੀਕੇ ਨਾਲ, ਵਿਸ਼ੇਸ਼ ਤਰੀਕੇ ਨਾਲ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ।
ਸੋ ਇੱਕ ਤਾਂ ਇਹ ਹੈ ਕਿ ਜਿੰਨੇ ਵੀ ਕਾਵਿਕ ਰੂਪ ਨੇ, ਕਵਿਤਾ ਦੇ ਰੂਪ ਨੇ, ਉਹ ਅਸੀਂ ਅੱਗੇ ਡਿਸਕਸ ਕਰਾਂਗੇ। ਔਰ ਜਿੰਨੇ ਵੀ ਅਲੰਕਾਰ ਨੇ, ਅਲੰਕਾਰ ਤੁਸੀਂ ਜਾਣਦੇ ਹੋਗੇ ਕਿ ਫਿਗਰਸ ਆਫ ਸਪੀਚ ਹੈ। ਇਹ ਲੈਂਗੁਏਜ ਨੂੰ ਔਰ ਰਾਈਟਿੰਗ ਨੂੰ ਖੂਬਸੂਰਤ ਬਣਾਉਂਦੇ ਨੇ। ਇੱਕ ਕਿਸਮ ਦੇ ਗਹਿਣੇ ਅਸੀਂ ਇਹਨਾਂ ਨੂੰ ਕਹਿ ਸਕਦੇ। ਉਹ ਇਸ ਬਾਣੀ ਦੇ ਵਿੱਚ ਉਹ ਅਲੰਕਾਰ ਵੀ ਸ਼ਾਮਲ ਕੀਤੇ ਗੁਰੂ ਸਾਹਿਬ ਨੇ। ਔਰ ਇਹਦੇ ਵਾਸਤੇ ਇੱਕ ਵਿਸ਼ੇਸ਼ ਵਿਆਕਰਣ ਵੀ ਹੈ। ਬੇਸ਼ੱਕ ਇਹ ਗੱਲ ਠੀਕ ਹੈ ਕਿ ਗੁਰਬਾਣੀ ਬੜੀ ਸਾਦਾ ਹੈ ਔਰ ਘੱਟ ਪੜ੍ਹਿਆ ਲਿਖਿਆ ਜਾਂ ਕੋਈ ਅਨਪੜ੍ਹ ਵਿਅਕਤੀ ਵੀ ਇਸ ਨੂੰ ਕਾਫੀ ਹੱਦ ਤੱਕ ਸਮਝ ਸਕਦਾ ਹੈ। ਅਗਰ ਪੂਰਾ ਨਹੀਂ ਤਾਂ ਕਾਫੀ ਹੱਦ ਤੱਕ ਸਮਝ ਤੇ ਜ਼ਰੂਰ ਸਕਦਾ ਹੈ। ਔਰ ਪਰ ਜਿਹੜੇ ਕੋਈ ਵਿਦਵਾਨ ਇਸ ਨੂੰ ਗਹਿਰਾਈ ਵਿੱਚ ਜਾਣਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਗੁਰਮਤ ਦੀ ਵਿਸ਼ੇਸ਼ ਵਿਆਕਰਣ ਵੀ ਹੈ। ਔਰ ਉਸ ਵਿਆਕਰਣ ਦੇ ਅਨੁਸਾਰ ਹੀ ਸਾਰੀ ਗੁਰਬਾਣੀ ਦੀ ਰਚਨਾ ਹੋਈ ਹੈ, ਜਿਹੜੀ ਕਿ ਹਰ ਦੁਨੀਆ ਦੇ ਦੂਜੇ ਲਿਟਰੇਚਰਸ ਦੇ ਵਿੱਚ ਇਹ ਗੱਲਾਂ ਨਹੀਂ ਹੈਗੀਆਂ। ਇੱਕ ਹੋਰ ਜਿਹੜੀ ਬੜੀ ਅਨਯੂਜੂਅਲ ਕਹਿ ਸਕਦੇ ਹੋ ਔਰ ਯੂਨੀਕ ਚੀਜ਼ ਹੈ, ਉਹ ਇਹ ਹੈ ਕਿ ਗੁਰਮੁਖੀ ਲਿਪੀ ਗੁਰੂ ਸਾਹਿਬਾਨ ਨੇ ਅਪਣਾਈ ਹੈ, ਪਰ ਉਸ ਦੇ ਵਿੱਚ 16 ਹੋਰ ਭਾਸ਼ਾਵਾਂ ਦੇ ਵਰਡਸ ਵੀ ਹੈਗੇ ਨੇ, ਜਿਸ ਤਰ੍ਹਾਂ ਸੰਸਕ੍ਰਿਤ, ਅਰਬੀ, ਫਾਰਸੀ, ਬ੍ਰਿਜ ਭਾਸ਼ਾ ਐਟਸੈਟਰਾ। ਤੋਂ ਮੈਂ ਸਾਰੇ ਲਿਖੇ ਨੇ ਕਿ ਇਹ ਜਿਹੜੀਆਂ 16 ਹੋਰ ਲੈਂਗੁਏਜਸ ਨੇ, ਉਸਨੇ ਇਸ ਸਾਹਿਤ ਨੂੰ ਇਤਨਾ ਐਨਰਿਚ ਕੀਤਾ ਹੈ, ਇਤਨਾ ਅਮੀਰ ਕੀਤਾ ਹੈ। ਤੇ ਨਾਲ ਉਸ ਦੇ ਵਿੱਚ ਕਈ ਉਪ ਭਾਸ਼ਾਵਾਂ ਵੀ ਨੇ ਜਿਨ੍ਹਾਂ ਨੂੰ ਡਾਇਲੈਕਟਸ ਕਿਹਾ ਜਾਂਦਾ। ਸੋ ਇਟ ਇਜ਼ ਸਚ ਏ ਰਿਚ ਪ੍ਰੈਜੈਂਟੇਸ਼ਨ ਕਿ ਇਹਦਾ ਕੋਈ ਹੋਰ ਦੁਨੀਆ 'ਚ ਮੁਕਾਬਲਾ ਨਹੀਂ ਹੈ ਕਿ ਕਿੰਨਾ ਵੱਡਾ ਖਜ਼ਾਨਾ ਹੈ। ਸਾਨੂੰ ਇਸ ਦੀ ਸ਼ਾਇਦ ਅੰਦਾਜ਼ਾ ਵੀ ਲਗਾਉਣਾ ਔਖਾ ਹੈ। ਜਿਸ ਯਾਨੀ ਮੁਲਕ ਦੇ ਵਿੱਚ ਗੁਰੂ ਸਾਹਿਬ ਨੇ ਆਪਣੀ ਯਾਤਰਾਵਾਂ ਕੀਤੀਆਂ, ਉਹਨਾਂ ਨੂੰ ਅਗਰ ਉਸ ਦੀ ਲੈਂਗੁਏਜ ਦਾ ਜਾਂ ਉਹ ਭਾਸ਼ਾ ਦਾ ਪਤਾ ਸੀ, ਤਾਂ ਹੀ ਉਸ ਵਿੱਚ ਉਹਨਾਂ ਨੇ ਬਾਣੀ ਲਿਖੀ। ਇਹ ਗਿਆਨ ਉਹਨਾਂ ਨੂੰ ਸੀ ਕਿ ਇਹਦੇ 'ਚ ਵਿਆਕਰਣ ਕਿੱਥੇ ਵਰਤਣੀ ਹੈ, ਅਲੰਕਾਰ ਕਿੱਥੇ ਵਰਤਣਾ ਹੈ, ਇਹਦਾ ਕਵਿਤਾ ਦਾ ਕਿਹੜਾ ਰੂਪ ਵਰਤਣਾ, ਔਰ ਉਸ ਰੀਜਨ ਦੀ ਭਾਸ਼ਾ ਕਿਹੜੀ ਹੈ ਜਿਹਦੇ 'ਚ ਕਿ ਲੋਕਾਂ ਨੂੰ ਸਮਝਾਇਆ ਜਾ ਸਕਦਾ। ਇਤਨਾ ਵਿਸ਼ਾਲ ਇਸ ਦਾ ਕੈਨਵਸ ਹੈ, ਜਿਸ ਦੇ ਉੱਤੇ ਉਹਨਾਂ ਨੇ ਇੱਕ ਐਸੀ ਖੂਬਸੂਰਤ ਔਰ ਇਤਨੀ ਅਮੀਰ ਸਾਹਿਤਕ ਦੇਣ ਦਿੱਤੀ ਹੈ, ਜਿਹੜੀ ਰੂਹਾਨੀਅਤ ਤੋਂ ਇੱਕ ਵੱਖਰੀ ਚੀਜ਼ ਹੈ, ਜਿਸ ਦਾ ਕਦੀ ਸਾਡਾ ਧਿਆਨ ਨਹੀਂ ਜਾਂਦਾ। ਔਰ ਇਸੇ ਤਰ੍ਹਾਂ ਫਿਰ ਉਹ ਸਭ ਤੋਂ ਇੱਕ ਹੋਰ ਅਨੋਖੀ ਗੱਲ ਹੈ ਕਿ ਹਰ ਇੱਕ ਜਿਹੜੀ ਕਵਿਤਾ ਹੈ ਉਹ ਰਾਗ ਵਿੱਚ ਨਹੀਂ ਹੁੰਦੀ। ਸਿਰਫ ਗੁਰਬਾਣੀ ਐਸੀ ਹੈ ਜਿਸ ਵਿੱਚ ਕਿ 31 ਪ੍ਰਮੁੱਖ ਰਾਗ ਨੇ ਔਰ 30 ਮਿਸ਼ਰਤ ਰਾਗ ਨੇ। ਅੱਜ ਵੀ ਇਸ ਦੀ ਦੁਨੀਆ ਭਰ ਦੇ ਵਿੱਚ ਖੋਜ ਹੋ ਰਹੀ ਹੈ ਕਿ ਇਹ ਰਾਗ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਸ਼ਾਮਲ ਹੋਏ। ਉਹਨਾਂ ਨੂੰ ਨਾ ਸਿਰਫ ਭਾਸ਼ਾਵਾਂ ਦਾ ਗਿਆਨ ਸੀ, ਉਹਨਾਂ ਨੂੰ ਨਾਲ ਰਾਗਾਂ ਦਾ ਵੀ ਗਿਆਨ ਸੀ। ਔਰ ਇਸ ਦੇ ਵਿੱਚ ਵਾਰਾਂ ਵੀ ਨੇ। ਵਾਰਾਂ ਤੋਂ ਇਲਾਵਾ ਉਹਨਾਂ ਦੀਆਂ ਧੁਨੀਆਂ ਨੇ, ਔਰ ਉਸ ਤੋਂ ਇਲਾਵਾ ਫਿਰ ਬਾਅਦ ਦੇ ਵਿੱਚ 6ਵੇਂ ਪਾਤਸ਼ਾਹ ਤੋਂ ਢਾਡੀ ਵਾਰਾਂ ਵੀ ਸ਼ੁਰੂ ਹੋ ਗਈਆਂ। ਪਰ ਢਾਡੀ ਵਾਰਾਂ ਜਿਹੜੀਆਂ ਨੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈਗੀਆਂ, ਤੇ ਇਸ ਕਰਕੇ ਮੈਂ ਇਸ ਨੂੰ ਵੱਖਰੇ ਰੱਖਿਆ। ਹੁਣ ਜੇ ਤੁਸੀਂ ਦੇਖੋ ਕਿ ਆਮ ਜਿਹੜੀਆਂ ਸਾਹਿਤ ਦੀਆਂ ਜਿਹੜੀਆਂ ਕਵਿਤਾਵਾਂ ਹੁੰਦੀਆਂ ਨੇ ਜਾਂ ਲੇਖ ਹੁੰਦੇ ਨੇ, ਉਸ ਤੋਂ ਇਲਾਵਾ ਗੁਰੂ ਸਾਹਿਬ ਨੇ ਹੋਰ ਕੁਝ ਵਿਸ਼ੇਸ਼ ਸਾਹਿਤਕ ਰੂਪ ਵੀ ਬਾਣੀ ਦੇ ਵਿੱਚ ਸ਼ਾਮਲ ਕੀਤੇ ਨੇ। ਜਿਸ ਤਰ੍ਹਾਂ ਇਹ ਤੁਸੀਂ ਦੇਖ ਸਕਦੇ ਹੋ ਸਲਾਈਡ ਤੇ, ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਧਾਰਨ ਪਾਠ ਕੀਤਾ ਜਾਂ ਕਰ ਰਹੇ ਨੇ, ਉਹਨਾਂ ਨੂੰ ਪਤਾ ਹੈ ਕਿ ਇਹੋ ਜਿਹੇ ਵਿੱਚ
ਪਾਰਟ ਸਨ ਜਿੱਥੇ ਪਹਿਰੇ, ਵਣਜਾਰਾ, 12 ਮਾਹ, ਦਿਨ ਰਹਿਣ, ਹਾਂਜੀ, ਥਿੱਤੀ, ਕਰਹਲੇ ਫॉर एग्जांपल ਇਹ ਰਾਜਸਥਾਨ ਦੇ ਲੋਕਲ ਡਾਇਲੈਕਟ ਵਿੱਚ ਹੈ। ਔਰ ਇਸੇ ਤਰ੍ਹਾਂ ਬਿਰਹੜੇ, ਪੱਟੀ, ਹੋਰ ਕਈ ਚੀਜ਼ਾਂ ਨੇ, ਘੋੜੀਆਂ। ਹਾਲਾਂਕਿ ਘੋੜੀਆਂ ਆਮ ਤੌਰ ਤੇ ਵਿਆਹ ਸ਼ਾਦੀ ਦੇ ਨਾਲ ਸੰਬੰਧਿਤ ਨੇ, ਲੇਕਿਨ ਇਸ ਨੂੰ ਵੀ ਉਹਨਾਂ ਨੇ ਇੱਕ ਵੱਖਰਾ ਫਾਰਮ ਬਣਾਇਆ ਜਿਸ ਨੂੰ ਉਹਨਾਂ ਨੇ ਅਲਟੀਮੇਟਲੀ ਰੂਹਾਨੀਅਤ ਦੇ ਨਾਲ ਹੀ ਜੋੜਿਆ। ਐਨੀਵੇ, ਹੋਰ ਹੈ ਦੁੱਖ ਦੇ ਸਮੇਂ 'ਚ ਜਿਹੜਾ ਹੈ ਮਨ ਨੂੰ ਇੱਕ ਢਾਰਸ ਦੇਣ ਲਈ ਅਲਾਹਣੀਆਂ। ਫਿਰ ਦੁਨੀਆ ਤੇ ਆਰਤੀ ਲੋਕ ਮਨਾਉਂਦੇ ਸਨ, ਉਹਨਾਂ ਨੇ ਦੱਸਿਆ ਕਿ ਨਹੀਂ ਜੀ ਆਰਤੀ ਕਿਸ ਤਰ੍ਹਾਂ ਦੀ ਹੋਵੇ। ਤੋ ਇਸ ਕਿਸਮ ਦੇ ਸੂਹੀ ਰਾਗ ਵਿੱਚ ਵੀ ਕੁਚੱਜੀ, ਸੁਚੱਜੀ, ਗੁਣਵੰਤੀ, ਇਹ ਉਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ, ਜਿਹਨੂੰ ਅਸੀਂ ਸੋਲ ਬਰਾਈਡ ਕਹਿੰਦੇ ਆ, ਪਰਮਾਤਮਾ ਨੂੰ ਮਿਲਣ ਦੇ ਕਿਹੜਾ ਸੁਚੱਜਾ ਢੰਗ ਹੈ, ਕਿ ਕਿਹੜੇ ਗੁਣ ਨੇ ਔਰ ਕੌਣ ਕੁਚੱਜਾ ਹੈ, ਇਹੋ ਜਿਹੀਆਂ ਚੀਜ਼ਾਂ ਉਹਨਾਂ ਨੇ ਵੱਖਰੀਆਂ ਕੀਤੀਆਂ। ਇੱਕ ਬੜੀ ਇੰਪੋਰਟੈਂਟ ਬਾਣੀ ਜਿਹੜੀ ਸੀ ਉਹ ਓਂਕਾਰ ਬਾਣੀ ਹੈ ਔਰ ਦੂਸਰੀ ਸਿੱਧ ਗੁਸ਼ਟ। तो ਤੁਸੀਂ ਦੇਖੋ ਕਿ ਕਿਤਨੇ ਕਿਸਮ ਦੀਆਂ ਉਹਨਾਂ ਨੇ ਸਾਹਿਤਕ ਵੰਨਗੀਆਂ, ਫਾਰਮੇਸ਼ਨਸ ਉਸ ਦੇ ਵਿੱਚ ਸ਼ਾਮਲ ਕੀਤੀਆਂ, ਜਿਨ੍ਹਾਂ ਦੇ ਬਾਰੇ ਅੱਜ ਇੱਕ ਵਿਅਕਤੀ ਇੱਕ ਚੀਜ਼ ਸਾਰੀ ਉਮਰ ਲੱਗ ਕੇ ਕਰਦਾ ਹੈ, ਇੱਕ ਵਿਅਕਤੀ। ਪਰ ਇੱਥੇ ਇੱਕ ਵਿਅਕਤੀ ਨੇ ਕਿੰਨੇ ਕਿਸਮ ਦੀਆਂ ਭਾਸ਼ਾਵਾਂ, ਕਿੰਨੀਆਂ ਡਾਇਲੈਕਟਸ ਔਰ ਕਿੰਨੇ ਕਿਸਮ ਦੇ ਉਸ ਦੀਆਂ ਰੂਪ ਜਿਹੜੇ ਨੇ ਉਹਨਾਂ ਦੇ ਵਿੱਚ ਸ਼ਾਮਲ ਕੀਤੇ। ਸੋ ਇਹ ਜਿਹੜਾ ਮੈਂ ਜਿੱਦਾਂ ਪਹਿਲੇ ਕਿਹਾ ਵੀ ਇੱਕ ਬੜਾ ਅਮੀਰ ਸਾਹਿਤ ਹੈ, ਇੱਕ ਕਿਸਮ ਦਾ ਜਿਸ ਨੂੰ ਕਹਿ ਸਕਦੇ ਹੋ ਕਿ ਸਾਹਿਤ ਦਾ ਇੱਕ ਬੋੜ ਹੈ ਜਿਹਦੇ ਹੇਠਾਂ ਹੋਰ ਦਰਖਤ ਉਗ ਸਕਦੇ ਨੇ, ਪਰ ਇਹਦੀ ਛਾਂ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ। ਅੱਜ ਦੁਨੀਆ ਭਰ 'ਚ ਤਕਰੀਬਨ 16 ਕਰੋੜ ਲੋਕ ਜਿਹੜੇ ਨੇ ਉਹਨਾਂ ਦੀ ਇਹ ਮਾਂ ਬੋਲੀ ਹੈ ਭਾਸ਼ਾ। ਔਰ ਵਧੇਰੇ ਤਾਂ ਇਹ ਤੁਹਾਨੂੰ ਹੈਰਾਨੀ ਹੋਏਗੀ ਕਿ ਇਹ ਪੱਛਮੀ ਪੰਜਾਬ ਜਿਹੜਾ ਪਾਕਿਸਤਾਨ 'ਚ ਹੈ, ਉੱਥੇ ਬੋਲਣ ਵਾਲਿਆਂ ਦੀ, ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਈਵਨ ਈਸਟ ਪੰਜਾਬ ਜਿਹੜਾ ਇੰਡੀਆ 'ਚ ਹੈ ਉਹਦੇ 'ਚ ਵੀ ਘੱਟ ਹੈ। ਔਰ ਉਸ ਤੋਂ ਇਲਾਵਾ ਚਲੋ ਦੂਸਰੇ ਮੁਲਕਾਂ ਜਿਨ੍ਹਾਂ ਦਾ ਮੈਂ ਨਾਂ ਲਿਖਿਆ ਉਹਨਾਂ ਵਿੱਚ ਵੀ ਕਿਤੇ ਵੱਧ ਕਿਤੇ ਘੱਟ, ਹੁਣ ਡਾਇਸਪੋਰਾ ਦੇ ਵਿੱਚ ਇਹ ਕਾਫੀ ਬੋਲੀ ਜਾ ਰਹੀ ਹੈ। ਪਰ ਇਹ ਗੱਲ ਸਮਝਣ ਦੀ ਲੋੜ ਹੈ ਕਿ ਜਦੋਂ ਅਸੀਂ ਪੱਛਮੀ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਉੱਥੇ ਇਹਦੀਆਂ ਡਾਇਲੈਕਟਸ ਡਿਫਰੈਂਟ ਨੇ। ਸੋ ਜਿਸ ਤਰ੍ਹਾਂ ਹੁਣ ਸਰਾਇਕੀ ਹੈ, ਇਹ ਇੱਕ ਉਸ ਏਰੀਏ ਦੀ ਭਾਸ਼ਾ ਹੈ ਜਿਹੜਾ ਪਾਕਿਸਤਾਨ 'ਚ ਹੈ। ਮਲਾਵੀ ਸਾਡੇ ਮਾਲਵਾ ਦਾ ਰੀਜਨ, ਸਤਲੁਜ ਤੋਂ ਥੱਲੇ ਥੱਲੇ ਦੁਆਬੀ ਜਿਹੜੀ ਉਹ ਹੈ, ਜਿਹੜੀ ਦੁਆਬਾ ਰੀਜਨ ਜਿਹੜਾ ਸਤਲੁਜ ਬਿਆਸ ਦੇ ਵਿਚਕਾਰ ਹੈ। ਬਾਕੀ ਲਾਹੌਰ ਔਰ ਇੱਧਰ ਅੰਮ੍ਰਿਤਸਰ ਔਰ ਬਾਰਡਰ ਏਰੀਆ ਗੁਰਦਾਸਪੁਰ ਵਗੈਰਾ 'ਚ ਇਹ ਮਾਝੀ ਜ਼ਿਆਦਾ ਉੱਥੇ ਬੋਲੀ ਜਾਂਦੀ ਹੈ। ਸੋ ਇਸ ਕਿਸਮ ਦੇ ਨਾਲ ਅਗਲੀ ਗੱਲ ਜਿਹੜੀ ਹੈ ਮੈਂ ਤੁਹਾਡੇ ਲਿਆਉਣਾ ਚਾਹੁੰਦਾ ਕਿ ਇੱਕ ਬੜੀ ਖਾਸ ਗੱਲ, ਇੱਕ ਸਾਇੰਟੀਫਿਕ ਐਂਗਲ ਤੋਂ ਗੁਰੂ ਸਾਹਿਬ ਨੇ ਹਰ ਸ਼ਲੋਕ ਨੂੰ ਅਖੀਰ ਦੇ ਉੱਤੇ ਜਾ ਕੇ ਇੱਕ ਅੰਕ ਦਿੱਤਾ ਹੈ, ਇੱਕ ਨੰਬਰਿੰਗ ਕੀਤੀ ਹੈ। तो वो नंबरिंग एक किस्म ਦਾ ਇੱਕ ਚੀਜ਼ ਨੂੰ ਲੌਕ ਕਰਨ ਦਾ ਤਰੀਕਾ ਹੈ ਜਿਸ ਵਿੱਚ ਕਿ ਕੋਈ ਆਲਟਰੇਸ਼ਨ, ਕੋਈ ਬਾਜ ਅਦਲਾ ਬਦਲੀ ਕੋਈ ਬੰਦਾ ਨਾ ਕਰ ਸਕੇ। ਤੋ ਇਹ ਕੁਝ ਬੜੀਆਂ ਇਸ ਭਾਸ਼ਾ ਦੀਆਂ ਖਾਸ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਪਰ ਇਹਨਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿੱਥੇ ਰੂਹਾਨੀਅਤ ਦੀ ਗੱਲ ਗੁਰੂ ਸਾਹਿਬ ਕਰਦੇ ਨੇ, ਸਾਹਿਤਕ ਫਾਰਮੇਸ਼ਨਸ ਦੀ ਗੱਲ ਕਰਦੇ ਨੇ, ਉੱਥੇ ਇਹਦੀ ਇੱਕ ਅਪਰੋਚ ਉਹਨਾਂ ਨੇ ਯੂਨੀਵਰਸਲ ਰੱਖੀ ਹੈ। ਉਹਨਾਂ ਦਾ ਜਿਹੜਾ ਨਜ਼ਰੀਆ ਹੈ, ਐਂਗਲ ਆਫ ਪਰਸੈਪਸ਼ਨ ਹੈ, ਇਟ ਇਜ਼ ਨਾਟ ਫਾਰ ਪੰਜਾਬ ਔਰ ਪੰਜਾਬੀ ਪੀਪਲ ਓਨਲੀ, ਇਟਸ ਮੈਂਟ ਫਾਰ ਦੀ ਐਂਟਾਇਰ ਯੂਨੀਵਰਸ। ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਾਰੇ ਧਰਮਾਂ ਦੇ ਪ੍ਰਮੁੱਖ ਜਿਹੜੇ ਸਨ
ਉਹਨਾਂ ਦੇ ਵਿਚਾਰ ਸ਼ਾਮਲ ਹੋਏ ਨੇ। ਗੁਰੂ ਸਾਹਿਬਾਨ ਤੋਂ ਇਲਾਵਾ ਭਗਤ ਭੱਟ ਔਰ ਹੋਰ ਗੁਰਸਿੱਖਾਂ ਦੀ ਬਾਣੀ ਹੈ। तो इसका मतलब ये है कि इट इज एन इंटरफेथ डायलॉग जिस विच के अपने अलावा दूसरिਆਂ ਦੇ ਵਿਚਾਰਾਂ ਦੀ ਵੀ ਕਦਰ ਕੀਤੀ ਗਈ ਹੈ ਔਰ ਕਿਸੇ ਦੀ ਕੋਈ ਖਿਲਾਫਤ ਨਹੀਂ ਕੀਤੀ ਗਈ, ਬਲਕਿ ਉਹਨਾਂ ਨੇ ਇਹ ਕਿਹਾ ਕਿ ਸੱਚਾ ਧਰਮ ਕੀ ਹੈ। ਸੋ ਇਹ ਇਸ ਐਂਗਲ ਤੋਂ ਦੇਖਿਆ ਜਾਏ, ਅੱਜ ਜਿਹੜੀ ਦੁਨੀਆ ਹੈ ਉਹ ਕਈ ਤਕਲੀਫਾਂ ਦੇ ਵਿੱਚੋਂ ਲੰਘਣ ਤੋਂ ਬਾਅਦ, ਅੱਜ ਦੀ ਦੁਨੀਆ ਇੱਕ ਜੰਗਾਂ ਤੋਂ ਬਾਅਦ ਲੱਖਾਂ ਇਨਸਾਨਾਂ ਦੀ ਮੌਤ ਹੋ ਗਈ, ਉਸ ਤੋਂ ਬਾਅਦ ਲੋਕ ਕਹਿੰਦੇ ਨੇ ਕਿ ਨਹੀਂ ਜੀ, ਸਾਨੂੰ ਆਪਣੇ ਧਰਮਾਂ ਦੇ ਵਿਚਕਾਰ ਇੰਟਰਫੇਥ ਇੱਕ ਕਨਸੈਪਟ ਲਿਆਣੀ ਚਾਹੀਦੀ ਹੈ। ਪਰ ਗੁਰੂ ਸਾਹਿਬ ਨੇ ਤੇ ਸਾਰੀ ਬਾਣੀ ਹੀ ਇੰਟਰਫੇਥ ਦੇ ਉੱਤੇ ਬੇਸ ਕੀਤੀ ਹੈ ਔਰ ਇਤਨਾ ਅਗਾਂਹਵਧੂ ਔਰ ਤਰਕ ਦੇ ਉੱਤੇ ਆਧਾਰਿਤ ਤਰਕ ਸੰਗਤ ਅਧਿਆਤਮਕ ਵਿਚਾਰ ਜੋ ਉਹਨਾਂ ਨੇ ਦਿੱਤੇ ਨੇ, ਇਸ ਦਾ ਕੋਈ ਹੋਰ ਐਗਜ਼ਾਮਪਲ ਨਜ਼ਰ ਨਹੀਂ ਆਉਂਦਾ। ਮੁੱਢਲੇ ਸਮੇਂ ਵਿੱਚ ਇਹਦੀ ਜਦੋਂ 11ਵੀਂ ਤੋਂ 15ਵੀਂ ਸਦੀ ਦੇ ਇਤਿਹਾਸ ਅਸੀਂ ਦੇਖੀਏ ਤਾਂ ਸਭ ਤੋਂ ਪਹਿਲੇ ਸ਼ੇਖ ਫਰੀਦ ਜੀ, ਜੋ ਗੁਰੂ ਨਾਨਕ ਸਾਹਿਬ ਤੋਂ ਪਹਿਲੇ ਦੇ ਹੋਏ ਨੇ, ਉਹਨਾਂ ਨੇ ਸ਼ਾਹਮੁਖੀ ਲਿਪੀ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਇੱਕ ਰੂਹਾਨੀਅਤ ਦੇ ਕਲਾਮ ਦੀ ਸ਼ਕਲ ਦੇ ਵਿੱਚ ਲਿਖਿਆ। ਇਹਦਾ ਮਤਲਬ ਹੈ ਕਿ ਭਾਸ਼ਾ ਪਹਿਲੇ ਸੀ ਪਰ ਗੁਰਮੁਖੀ ਸ਼ਾਇਦ ਬਾਅਦ ਦੇ ਵਿੱਚ ਆਈ। ਮੈਂ ਸ਼ਾਇਦ ਇਸ ਲਈ ਕਹਿਣਾ ਕਿਉਂਕਿ ਗੁਰਮੁਖੀ ਦੇ ਕਿਧਰੇ ਕਿਧਰੇ ਕੁਝ ਸਬੂਤ ਪੁਰਾਣੀਆਂ ਜਿਹੜੀਆਂ ਲਿਖਤਾਂ ਸਨ ਸ਼ੇਖ ਫਰੀਦ ਤੋਂ ਪਹਿਲੇ, ਉਹਨਾਂ 'ਚ ਵੀ ਮਿਲਦੀਆਂ ਨੇ। ਉਹਨਾਂ ਨੇ ਜਿਹੜੀ ਭਗਤੀ ਮੂਵਮੈਂਟ ਸ਼ੁਰੂ ਕੀਤੀ ਉਹ ਸੀ ਸੂਫਿਆਨਾ ਕਲਾਮ, ਔਰ ਗੁਰਮੁਖੀ ਵਿੱਚ ਫਿਰ ਬਾਅਦ ਦੇ ਵਿੱਚ ਉਹਨਾਂ ਦੀ 6ਵੀਂ 7ਵੀਂ ਪੀੜ੍ਹੀ ਜਿਹੜੀ ਸੀ, ਉਹਨਾਂ ਕੋਲੋਂ ਬਾਣੀ ਦੇ ਸ਼ਲੋਕ ਔਰ ਸ਼ਬਦ ਆਦਿ ਗ੍ਰੰਥ ਵਿੱਚ ਵੀ ਸੰਕਲਿਤ ਹੋਏ। ਤੁਸੀਂ ਦੇਖੋ ਕਿੰਨੀ ਠੇਠ ਔਰ ਦਿਲ ਨੂੰ ਲੱਗਣ ਵਾਲੀ ਉਹਨਾਂ ਦੀ ਬਾਣੀ ਹੈ। ਕਾਲੇ ਮਹਿੰਡੇ ਕੱਪੜੇ ਕਾਲਾ ਮਹਿੰਡਾ ਵੇਸ। ਹੁਣ ਇਹ ਮਹਿੰਡਾ ਵਰਡ ਜਿਹੜਾ ਹੈ ਇਹ ਮੁਲਤਾਨ ਦਾ ਹੈ, ਮੁਲਤਾਨੀ, ਪਰ ਇਹ ਹੈ ਪੰਜਾਬੀ। ਪੰਜਾਬੀ ਦਾ ਹੀ ਇੱਕ ਡਾਇਲੈਕਟ ਹੈ। ਗੁਣ ਹੀ ਭਰਿਆ ਮੈਂ ਫਿਰ ਲੋਕ ਕਹਿਣ ਦਰਵੇਸ਼। ਦਰਵੇਸ਼ ਅਰਬੀ ਦਾ ਵਰਡ ਹੈ। ਐਨੀਵੇ, ਉਸ ਤੋਂ ਬਾਅਦ ਫਰੀਦ ਜੀ ਤੋਂ ਬਾਅਦ ਫਿਰ ਜਨਮ ਸਾਖੀਆਂ ਦਾ ਦੌਰ ਆਇਆ, ਜਿਹੜਾ ਗੁਰਮੁਖੀ ਵਿੱਚ ਲਿਖਿਆ ਗਿਆ ਔਰ ਉਹ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਬਿਰਤਾਂਤ ਜਿਹੜੇ ਸਨ ਉਹਨਾਂ ਨੂੰ ਸ਼ਾਮਲ ਕੀਤਾ ਗਿਆ। ਪਹਿਲੇ ਭਾਈ ਬਾਲੇ ਵਾਲਾ ਹੋਇਆ, ਫਿਰ ਹੋਰ ਵੀ ਜਨਮ ਸਾਖੀਆਂ ਆਈਆਂ ਤੇ 5-6 ਜਨਮ ਸਾਖੀਆਂ ਨੇ। ਫਿਰ ਉਸ ਤੋਂ ਕੁਝ ਸਾਲ ਬਾਅਦ ਜਿਸ ਵਕਤ ਸ੍ਰੀ ਆਦਿ ਗ੍ਰੰਥ ਦੀ ਰਚਨਾ ਹੋ ਗਈ, ਫਿਰ ਜੋ ਉਸ ਸਮੇਂ ਦੇ ਹਾਲਾਤ ਸਨ ਉਸ ਮੁਤਾਬਕ ਪੰਜਾਬੀ ਸਾਹਿਤ ਵਿੱਚ ਇੱਕ ਨਵੀਂ ਪਿਰਤ ਪਈ, ਇੱਕ ਨਵੀਂ ਰੀਤ ਸ਼ੁਰੂ ਹੋਈ, ਉਹ ਸੀ ਕਵੀਸ਼ਰੀ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਸ਼ੁਰੂ ਹੋਈ ਔਰ ਇਹਦਾ ਜਿਹੜਾ ਮੁੱਖ ਆਧਾਰ ਸੀ ਉਹ ਵੀਰ ਰਸ ਸੀ। ਗੁਰੂ ਸਾਹਿਬ ਨੇ ਘੋੜੇ ਰੱਖੇ ਔਰ ਫੌਜ ਬਣਾਈ, ਤਲਵਾਰ ਚੁੱਕੀ ਜ਼ੁਲਮ ਦੇ ਖਿਲਾਫ, ਤਾਂ ਉਹਦੇ ਵਾਸਤੇ ਵੀਰ ਰਸ ਜ਼ਰੂਰੀ ਸੀ ਰੂਹਾਨੀਅਤ ਤੋਂ ਇਲਾਵਾ। ਇਹ ਛੰਦਾਂ ਦੇ ਵਿੱਚ ਸੀ, ਛੰਦਬੱਧ ਸੀ ਔਰ ਇਸ ਵਿੱਚ ਇਤਿਹਾਸ ਵੀ ਆਇਆ, ਹੋਰ ਵੀ ਕਈ ਗੱਲਾਂ ਵੀਰਤਾ ਵਾਲੀਆਂ ਆਈਆਂ ਔਰ ਇੱਥੋਂ ਤੱਕ ਇਹ ਇੰਨਾ ਪੋਪੂਲਰ ਹੋਇਆ ਕਿ ਸਿਰਫ ਸਿੱਖ ਹੀ ਨਹੀਂ ਬਲਕਿ ਬੜੇ ਦੂਸਰੇ ਮਜ਼ਹਬਾਂ ਦੇ ਲੋਕ ਜਿਸ ਤਰ੍ਹਾਂ ਹਿੰਦੂ ਜਾਂ ਮੁਸਲਮਾਨ ਵੀ ਜਿਹੜੇ ਨੇ, ਉਹਨਾਂ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਔਰ ਦਰਬਾਰ ਸਾਹਿਬ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਵੀਸ਼ਰੀ ਜਿਹੜੀ ਸੀ ਉਹ ਉਹਨਾਂ ਲੋਕਾਂ ਨੇ ਵੀ, ਦੂਸਰੇ ਧਰਮਾਂ ਦੇ ਲੋਕਾਂ ਨੇ ਵੀ ਉਸ ਨੂੰ ਅਪਣਾਇਆ, ਗੈਰ ਸਿੱਖਾਂ ਨੇ ਵੀ। ਇੱਕ ਬੜਾ ਇੰਪੋਰਟੈਂਟ ਨਾਮ ਹੈ ਲਿਖਿਆ, ਸਾਰੇ ਤਾਂ ਨਹੀਂ ਸੀ ਮੈਂ ਲਿਖ ਸਕਦਾ, ਬਾਬੂ ਰਜਬ ਅਲੀ ਸਾਹਿਬ ਹੋਏ ਨੇ ਪੰਜਾਬ ਦੇ ਵਿੱਚ, ਜਿਹਨੂੰ ਕਿ ਸਾਰੀ ਵਰਲਡ ਦੇ ਵਿੱਚ ਕਵੀਸ਼ਰੀ
ਦਾ ਸਿਰ ਕੱਢ ਲੀਡਰ ਸਮਝਿਆ ਜਾਂਦਾ ਹੈ। ਅੱਗੇ ਫਿਰ ਮੈਂ ਆਨਾ ਮੁਗਲ, ਇੱਥੇ ਲਿਖਣ ਵਿੱਚ ਸ਼ਾਇਦ ਕੋਈ ਗਲਤੀ ਹੋ ਗਈ ਹੈ ਤੇ ਐਮ ਵਰਡ ਆਉਣਾ ਇੱਥੇ। ਐਨੀਵੇ ਮੈਂ ਇਸ ਵਿੱਚ ਮੁਗਲ ਔਰ ਸਿੱਖ ਰਾਜ ਦੀ ਗੱਲ ਮੈਂ ਕਰ ਰਿਹਾ। ਇਹ ਸਿੱਖ ਰਾਜ 1849 'ਚ ਖਤਮ ਹੋ ਗਿਆ ਸੀ। ਉਸ ਤੋਂ ਪਹਿਲੇ ਮੁਗਲ ਰਾਜ ਸੀ। ਮਹਾਰਾਜਾ ਰਣਜੀਤ ਸਿੰਘ ਦੀ ਡੈਥ 1839 'ਚ ਹੋਈ ਹੈ। 10 ਕੁ ਸਾਲ ਸਿੱਖਾਂ ਦਾ ਰਾਜ ਰਿਹਾ। 49 'ਚ ਪੰਜਾਬ ਦੀ ਅਨੈਕਸੇਸ਼ਨ ਹੋ ਗਈ 2-3 ਵਾਰਾਂ ਤੋਂ ਆਪਣਾ ਜੰਗਾਂ ਤੋਂ ਬਾਅਦ। ਹੁਣ ਇਹ ਜਿਹੜੇ ਨਾਮ ਹੈ ਲਿਖੇ ਨੇ, ਤੁਸੀਂ ਕਦੀ ਨਾ ਕਦੀ ਸੁਣੇ ਹੋਣਗੇ ਕਿ ਸ਼ਾਹ ਹੁਸੈਨ ਸਨ, ਸੁਲਤਾਨ ਬਾਹੂ ਹੋਏ, ਸ਼ਾਰਫ ਹੋਏ ਨੇ, ਅਲੀ ਹੈਦਰ ਹੋਏ, ਬੁੱਲੇ ਸ਼ਾਹ ਹੋਏ। ਬੁੱਲੇ ਸ਼ਾਹ ਜ਼ਿਆਦਾ ਵੈਲ ਨੋਨ ਨੇ। ਇਹ ਸਾਰੇ ਗੁਰੂ ਨਾਨਕ ਸਾਹਿਬ ਤੋਂ ਬਾਅਦ 'ਚ ਆਏ ਨੇ ਔਰ ਇਹਨਾਂ ਦੀ ਜਿਹੜੀ ਰਚਨਾ ਹੈ ਉਹ ਸ਼ਾਹਮੁਖੀ ਵਿੱਚ ਹੈ ਔਰ ਪੰਜਾਬੀ ਵਿੱਚ ਹੈ। ਬੋਲ ਉਹੀ ਗੱਲ ਹੈ ਕਿ ਫਰੀਦ ਜੀ ਵਾਂਗ ਬੋਲਦੇ ਉਹ ਪੰਜਾਬੀ ਸਨ, ਲਿਖਦੇ ਆਪਣੇ ਸ਼ਾਹਮੁਖੀ ਵਿੱਚ, ਜਿਹੜੀ ਬੇਸਿਕਲੀ ਪਰਸ਼ੀਅਨ ਦੇ ਵਿੱਚ ਹੈ ਔਰ ਕੁਝ ਉਸ ਦੇ ਉੱਤੇ ਥੋੜ੍ਹਾ ਜਿਹਾ ਅਰੈਬਿਕ ਦਾ ਵੀ, ਅਰਬੀ ਦਾ ਵੀ ਅਸਰ ਹੈ। ਔਰ ਤੁਸੀਂ ਹੁਣ ਇੱਕ ਮੈਂ ਐਗਜ਼ਾਮਪਲ ਬੁੱਲੇ ਸ਼ਾਹ ਹੋਰਾਂ ਦਾ ਲਿਖਿਆ। ਉਹ ਕੀ ਲਿਖਦੇ ਨੇ? ਮੱਕੇ ਗਿਆ ਗੱਲ ਮੁੱਕਦੀ ਨਹੀਂ, ਭਾਵੇਂ 100 ਜੁਮੇ ਪੜ੍ਹ ਆਈਏ, ਬੁੱਲਿਆ ਗੱਲ ਤਾਈਓ ਮੁੱਕਦੀ ਜਦੋਂ ਮੈਂ ਨੂੰ ਦਿਲੋਂ ਗਵਾਈ। ਹੁਣ ਦੇਖੋ ਕਿੰਨੀ ਠੇਠ ਪੰਜਾਬੀ ਹੈ। ਔਰ ਜਿਹੜਾ ਹੁਣ ਗੱਲ ਮੈਂ ਸਟ੍ਰੈਸ ਕਰਨਾ ਚਾਹ ਰਿਹਾ ਉਹ ਇਹ ਹੈ ਕਿ ਇਹਦੇ 'ਚ ਜਿਹੜਾ ਵਿਚਾਰ ਹੈ ਕਿ ਗੱਲ ਕਿੱਦਾਂ ਬਣਦੀ ਹੈ ਮੈਂ ਨੂੰ ਮੁਕਾਉਣ ਤੋਂ, ਉਹ ਜਿਹੜੀ ਵਿਚਾਰ ਹੈ ਇਹ ਭਾਵੇਂ ਮੁਸਲਮਾਨ ਰਾਈਟਰ ਨੇ ਪਰ ਇਹ ਵਿਚਾਰ ਇਹਨਾਂ ਨੂੰ ਗੁਰਬਾਣੀ ਤੋਂ ਆ ਰਿਹਾ। ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਹੈ ਉਹਦੇ ਵਿੱਚੋਂ ਇਹ ਵਿਚਾਰਧਾਰਾ ਪੈਦਾ ਹੋ ਰਹੀ ਹੈ। ਇਹ ਹੈ ਇੰਪੈਕਟ ਗੁਰਬਾਣੀ ਦਾ ਲਿਟਰੇਚਰ ਦੇ ਉੱਤੇ, ਜਿਸ ਨੂੰ ਮੈਂ ਬਾਰ-ਬਾਰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਫਿਰ ਉਸ ਤੋਂ ਬਾਅਦ ਜਿਹੜੇ ਪਰਸ਼ੀਅਨ ਜਿਹੜੇ ਸ਼ਾਇਰ ਹੋਏ, ਜਿਨ੍ਹਾਂ ਚੋਂ ਭਾਈ ਨੰਦ ਲਾਲ ਵਰਗੇ ਸ਼ਾਇਰ ਪਹਿਲੇ ਹੋ ਚੁੱਕੇ ਸਨ, ਪਰ ਉਹਨਾਂ ਤੋਂ ਬਾਅਦ ਕਈ ਹੋਰ ਵੀ ਬਹੁਤ ਸਾਰੇ ਹੋਏ। ਉਹਨਾਂ ਨੇ ਜ਼ਿਆਦਾ ਗਜ਼ਲ ਦੇ ਵਿੱਚ ਲਿਖਣਾ ਸ਼ੁਰੂ ਕੀਤਾ। ਹਾਲਾਂਕਿ ਇਹ ਜਿਹੜਾ ਫਾਰਮ ਆਫ ਲਿਟਰੇਚਰ ਹੈ ਇਹ ਵੈਸੇ ਦੁਨਿਆਵੀ ਖੂਬਸੂਰਤੀ ਵਾਸਤੇ ਵਰਤਿਆ ਜਾਂਦਾ ਹੈ, ਪਰ ਅਗਰ ਤੁਸੀਂ ਦੇਖੋ ਕਿ ਜਿਹੜੀ ਪਰਸ਼ੀਅਨ ਸ਼ਾਇਰੀ ਹੈ ਉਸ ਦੀ ਜਿਹੜੀ ਗਜ਼ਲ ਹੈ ਉਹ ਕਿਸੇ ਦੁਨਿਆਵੀ ਏਮ ਨਾਲ ਨਹੀਂ ਲਿਖੀ ਗਈ। ਉਹਦਾ ਜਿਹੜਾ ਅੰਡਰਲਾਈਂਗ ਏਰੀਆ ਹੈ ਉਹ ਅਖੀਰ ਜਾ ਕੇ ਉਹੀ ਬਣਦਾ ਹੈ ਰੂਹਾਨੀਅਤ ਵਾਲਾ। ਹਾਲਾਂਕਿ ਪੰਜਾਬੀ ਜਿਹੜੇ ਸੂਫੀ ਸਨ ਉਹਨਾਂ ਨੇ ਕਾਫੀ ਨੂੰ ਅਪਣਾਇਆ ਇਸ ਗੱਲ। ਔਰ ਫਿਰ ਆਇਆ ਦੌਰ ਕਿੱਸੇਕਾਰੀ ਦਾ। ਹੁਣ ਇਹ ਕਿੱਸੇਕਾਰੀ ਦੇ ਉੱਤੇ ਸੂਫੀ ਕਵਿਤਾ ਦਾ, ਫਾਰਸੀ ਭਾਸ਼ਾ ਔਰ ਕੁਰਾਨ ਸ਼ਰੀਫ ਦਾ ਬਹੁਤ ਅਸਰ ਹੋਇਆ। ਔਰ ਜਿਹੜੇ ਮੈਂ ਅੱਗੇ ਨਾਂ ਲਿਖੇ ਨੇ ਤੁਸੀਂ ਪੜ੍ਹ ਸਕਦੇ। ਮੈਂ ਜਿਸ ਤਰ੍ਹਾਂ ਹੀਰ ਰਾਂਝਾ ਹੈ, ਸੋਹਣੀ ਮਹੀਵਾਲ ਹੈ, ਸੱਸੀ ਪੰਨੀ, ਇਹ ਦੇਖਣ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਕੋਈ ਦੁਨਿਆਵੀ ਪਿਆਰ ਦੀ ਗੱਲ ਹੋ ਰਹੀ ਹੈ, ਲੇਕਿਨ ਇਸ ਦੇ ਵਿੱਚ ਵੀ ਜੇ ਤੁਸੀਂ ਪੂਰਾ ਪੜ੍ਹੋ ਇਸ ਨੂੰ ਤੇ ਇਹ ਸਮਝ ਆਉਂਦਾ ਹੈ ਕਿ ਇਹ ਅਸਲ ਦੇ ਵਿੱਚ ਗੁਰਬਾਣੀ ਦੇ ਪ੍ਰਭਾਵ ਹੇਠ ਔਰ ਸੂਫੀਆਨਾ ਕਲਾਮ ਦੇ ਪ੍ਰਭਾਵ ਹੇਠ ਇਹ ਚੀਜ਼ ਅਸਲ ਦੇ ਵਿੱਚ ਇਹ ਰੂਹਾਨੀਅਤ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਨੇ। ਹਾਂ, ਜਿਹੜਾ ਪੋਪੂਲਰ ਸਿੰਗਰਸ ਹੁੰਦੇ ਨੇ ਉਹ ਸਿਰਫ ਇਸ 'ਚੋਂ ਉਹੀ ਗੱਲ ਲੱਭਦੇ ਨੇ ਜਿਹੜੀ ਕਿ ਲੋਕਾਂ ਨੂੰ ਜ਼ਿਆਦਾ ਪਸੰਦ ਆਉਂਦੀ ਹੈ। ਹੁਣ ਮੈਂ ਅਗਲੀ ਗੱਲ ਇਹ ਕਰਨਾ ਚਾਹੁੰਦਾ ਇਸ ਦੀ ਵਾਰਾਂ ਤੇ ਜੰਗਨਾਮਿਆਂ ਦੀ। ਇੱਕ ਹੋਰ ਫਾਰਮ ਜਿਹਦਾ ਮੈਂ ਪਹਿਲੇ ਵੀ ਜ਼ਿਕਰ ਕੀਤਾ ਸੀ ਉਹ ਹੈ ਗੁਰਬਾਣੀ ਦੇ ਵਿੱਚ 22 ਵਾਰਾਂ ਨੇ, ਪਰ ਇਹ ਅਧਿਆਤਮਕ ਵੀਰਤਾ ਦੀਆਂ ਵਾਰਾਂ ਨੇ। ਵਾਰ ਕਿਸੇ
ਰਾਜੇ ਮਹਾਰਾਜੇ ਦੀ ਤਾਰੀਫ ਨਹੀਂ ਉਹਨਾਂ ਨੇ ਲਿਖੀ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਚੰਡੀ ਦੀ ਵਾਰ ਲਿਖੀ ਹੈ, ਜਿਹੜੀ ਅਸਲ ਦੇ ਵਿੱਚ ਪਰਮਾਤਮਾ ਦੇ ਵੱਲ ਉਸ ਨੂੰ ਐਡਰੈਸ ਕੀਤਾ। ਹੁਣ ਤੁਸੀਂ ਦੇਖੋ ਸ਼ਾਹ ਮੁਹੰਮਦ ਉਸ ਤੋਂ ਬਾਅਦ ਹੋਏ, ਜਿਸ ਨੇ ਜਿਹੜੀ ਐਂਗਲੋ ਸਿੱਖ ਵਾਰ ਹੋਈਆਂ, ਯੁੱਧ ਹੋਏ, ਉਸ ਬਾਰੇ ਉਹਨੇ ਜੋ ਲਿਖਿਆ ਉਸ ਨੂੰ ਇੱਕ ਲਾਈਨ ਮੈਂ ਸਿਰਫ ਤੁਹਾਨੂੰ ਰਿਪਰੈਜ਼ੈਂਟੇਸ਼ਨ ਦੇ ਤੌਰ ਤੇ ਦੱਸ ਰਿਹਾ। ਸ਼ਾਹ ਮੁਹੰਮਦ ਦਾ ਇੱਕ ਸਰਦਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰ ਗਏ ਨੇ। ਹੁਣ ਤੁਸੀਂ ਦੇਖੋ ਉਹ ਗੱਲ ਸਰਦਾਰੀ ਦੀ ਕਰ ਰਿਹਾ ਹੈ, ਮਹਾਰਾਜਾ ਰਣਜੀਤ ਸਿੰਘ ਦੀ ਨਹੀਂ ਕਰ ਰਿਹਾ, ਇਹ ਭੁਲੇਖਾ ਹੈ। ਉਹ ਗੱਲ ਇਹ ਕਰ ਰਿਹਾ ਹੈ। ਤੇ ਅੱਗੇ ਤੁਸੀਂ ਦੇਖੋ ਅੱਲਾ ਯਾਰ ਖਾਨ, ਜਿਹੜਾ ਇਸ ਨੇ 4 ਸਾਹਿਬਜ਼ਾਦਿਆਂ ਦੀ ਸੂਰਬੀਰਤਾ ਦਾ ਵਰਣਨ ਕੀਤਾ। 2 ਕਿਤਾਬਾਂ ਸਨ, ਗੰਜੇ ਸ਼ਹੀਦਾ ਤੇ ਸ਼ਹੀਦਾਨੇ ਵਫਾ। ਉਸ ਦੇ ਵਿੱਚੋਂ ਸਿਰਫ 2 ਰਿਪਰੈਜ਼ੈਂਟੇਟਿਵ ਲਾਈਨਾਂ ਮੈਂ ਲੈ ਰਿਹਾ। ਉਹ ਕਹਿੰਦਾ ਕਿ ਤੀਰਥ ਜਿਹੜੇ ਨੇ ਪੰਜਾਬ ਵਿੱਚ 2 ਹੀ ਨੇ, ਇੱਕ ਚਮਕੌਰ ਸਾਹਿਬ ਤੇ ਇੱਕ ਸਰਹੰਦ। ਇਹ ਉਹ ਜਗ੍ਹਾ ਜਿੱਥੇ ਇੱਕ ਬਾਪ ਨੇ ਆਪਣੇ 4 ਫਰਜ਼ੰਦ ਜਿਹੜੇ ਬੇਟੇ ਸਨ ਉਹਨਾਂ ਦੇ ਸਿਰ ਦੇ ਦਿੱਤੇ, ਪਰ ਆਪਣਾ ਧਰਮ ਨਹੀਂ ਛੱਡਿਆ। ਇਹੀ ਸਪਿਰਿਟ ਗੁਰਬਾਣੀ ਦੀ ਹੈ। ਔਰ ਅੱਗੇ ਫਿਰ ਉਹ ਕਹਿੰਦਾ, ਅੱਗੇ ਵੀਰਤਾ ਦੀ ਗੱਲ ਕਰਦੇ ਨੇ, ख्वाहिश है तुम्हें तेग चलाते हुए देखूं, तुम्हें आंख से बर्छी खाते हुए देखूं। तो ये चीज़ां शो करदियां ने कि की इंपैक्ट गुरबाणी ਦਾ ਰਿਹਾ ਹੈ ਸਾਡੇ ਲਿਟਰੇਚਰ ਦੇ ਉੱਤੇ। ਅਖੀਰ ਤੇ ਅੰਗਰੇਜ਼ਾਂ ਦੇ ਦੌਰ ਦੇ ਵਿੱਚ ਕੁਝ ਖਰਾਬੀਆਂ ਵੀ ਹੋਈਆਂ, ਕੁਝ ਠੀਕ ਵੀ ਹੋਇਆ। ਠੀਕ ਕੰਮ ਇਹ ਹੋਇਆ ਕਿ ਪ੍ਰਿੰਟਿੰਗ ਪ੍ਰੈਸ ਔਰ ਪਹਿਲੀ ਅੰਗਰੇਜ਼ੀ ਪੰਜਾਬੀ ਡਿਕਸ਼ਨਰੀ ਬਣੀ। ਔਰ ਉਸ ਤੋਂ ਬਾਅਦ 1854 ਜਦੋਂ ਇਹ ਸਭ ਕੁਝ ਹੋ ਗਿਆ, ਫਿਰ ਗੁਰੂ ਗ੍ਰੰਥ ਸਾਹਿਬ ਦੀ ਪਦ-ਛੇਦ ਜਿਹੜੀਆਂ ਬੀੜਾਂ ਸਨ ਉਹਨਾਂ ਦੀ ਰਚਨਾ ਪ੍ਰਿੰਟਿੰਗ ਦੁਆਰਾ ਹੋਣ ਲੱਗੀ। ਪਹਿਲੇ ਜਿਸ ਤਰ੍ਹਾਂ ਮੈਂ ਕਿਹਾ ਹੈਂਡ ਰਿਟਨ ਹੁੰਦੀਆਂ ਸੀ ਔਰ ਉਹਨਾਂ ਦੇ ਵਿੱਚ ਕਾਫੀ ਯਾਨੀ ਗਲਤੀ ਦਾ ਸਕੋਪ ਘੱਟ ਸੀ। ਉਸ ਤੋਂ ਬਾਅਦ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀ ਦੇ ਕਾਇਦੇ ਬਣਵਾਏ ਸਨ ਗੁਰਮੁਖੀ ਲਿਪੀ ਦੇ ਵਿੱਚ, ਅੰਗਰੇਜ਼ਾਂ ਨੇ ਪੰਜਾਬੀ ਦਾ ਨੁਕਸਾਨ ਕਰਨ ਵਾਸਤੇ ਉਹ ਕਾਇਦੇ ਵਿਡਰਾਅ ਕਰ ਲਏ ਸਨ। ਉਹ ਇੱਕ ਵੱਖਰੀ ਸਟੋਰੀ ਹੈ। ਫਿਰ ਜਿਹੜੇ ਉਸ ਟਾਈਮ ਦੇ ਵਿੱਚ ਜਿਹੜੇ ਨਵੇਂ ਸਿਰ ਕੱਢ ਪੰਜਾਬੀ ਲੇਖਕ ਆਏ, ਉਹ ਜਨਰਲੀ ਸਿੰਘ ਸਭਾ ਲਹਿਰ ਦੇ ਰਿਵਾਈਵਲਿਜ਼ਮ ਜਿਹੜਾ ਸੀ ਜਾਂ ਰਿਨਾਇਸੈਂਸ ਸੀ, ਉਹਦੇ ਹੀ ਸੋਚ ਗੁਰਬਾਣੀ ਤੋਂ ਲੈ ਕੇ ਉਹਨਾਂ ਨੇ ਸਮਾਜਿਕ ਮੁੱਦਿਆਂ ਤੇ ਲਿਖਿਆ, ਸੋਸ਼ਲ ਤੇ। ਔਰ ਜਿਹੜੇ ਇਤਿਹਾਸਕ ਨਾਵਲ ਵੀ ਭਾਈ ਵੀਰ ਸਿੰਘ ਵਰਗਿਆਂ ਨੇ ਲਿਖੇ, ਸੁੰਦਰੀ, ਸਤਵੰਤ ਕੌਰ, ਇਹੋ ਜਿਹੇ, ਇਹ ਵੀ ਸਿੱਖ ਧਰਮ ਦੀ ਵਿਚਾਰਧਾਰਾ ਜਿਹੜੀ ਗੁਰਬਾਣੀ ਤੋਂ ਮਿਲੀ ਹੈ ਉਸੇ ਦੀ ਹੀ ਅੱਗੇ ਕੰਟੀਨਿਊਸ਼ਨ। ਫਿਰ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਨੇ ਅਧਿਆਤਮਕ ਕਾਵਿ ਲਿਖਿਆ, ਹਾਲਾਂਕਿ ਉਹ ਸਾਇੰਟਿਸਟ ਸੀ। ਇਸੇ ਤਰ੍ਹਾਂ ਬੜੇ ਮਸ਼ਹੂਰ ਨਾਂ ਹੋਰ ਲਿਖੇ ਨੇ। ਮੈਂ ਸਿਰਫ ਇੱਕ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦਾ ਨਾਂ ਲਵਾਂਗਾ, ਕਿਉਂਕਿ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬ ਦੀ ਆਜ਼ਾਦੀ ਵਾਸਤੇ ਲਿਖਣ ਵਾਲਿਆਂ 'ਚੋਂ ਸਭ ਤੋਂ ਪਹਿਲੇ ਉਹ ਸਨ। ਔਰ 1947 ਤੋਂ ਬਾਅਦ ਸ਼ਾਹਮੁਖੀ ਦੇ ਵਿੱਚ ਬਹੁਤ ਸਾਰੇ ਨਾਂ ਨੇ ਜਿਹੜੇ ਮੈਂ ਲਿਖੇ ਨੇ ਇੱਥੇ। ਪਰ ਤੁਹਾਨੂੰ ਜਿਹੜੀ ਗੱਲ ਮੈਂ ਸਟ੍ਰੈਸ ਕਰਨਾ ਚਾਹੁੰਦਾ ਉਹ ਇਹ ਹੈ ਕਿ ਇਹ ਉਹ ਵਿਅਕਤੀ ਹਨ ਜਿਨ੍ਹਾਂ ਨੂੰ ਮੈਂ ਇਸ ਕਰਕੇ ਉਹਨਾਂ ਦਾ ਚੁਣਿਆ ਕਿ ਪੱਛਮੀ ਪੰਜਾਬ ਪਾਕਿਸਤਾਨ ਦੇ ਵਿੱਚ ਬੇਸ਼ੱਕ ਉਹ ਸ਼ਾਹਮੁਖੀ 'ਚ ਵੀ ਲਿਖਦੇ ਰਹੇ, ਪਰ ਨਾਲ ਦੀ ਨਾਲ ਉਹਨਾਂ ਨੇ ਗੁਰਮੁਖੀ ਲਿਪੀ ਵਿੱਚ ਵੀ ਲਿਖਿਆ। ਇਸ ਗੱਲ ਦਾ ਸ਼ਾਇਦ ਬਹੁਤੇ ਲੋਕਾਂ ਨੂੰ ਨਾ ਪਤਾ ਹੋਵੇ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਮੁਸਲਮਾਨ ਅੱਜ ਵੀ ਗੁਰਮੁਖੀ ਲਿਪੀ ਵਿੱਚ ਪੰਜਾਬੀ ਸਾਹਿਤ ਲਿਖ ਰਹੇ ਨੇ। ਪਿੱਛੇ ਜੇ ਲਾਹੌਰ 'ਚ ਇੱਕ ਕਾਨਫਰੰਸ ਹੋਈ ਸੀ, ਉਹਦੇ ਵਿੱਚ ਵੀ ਜਿਹੜੇ ਉਸ ਦੇ ਸੰਯੋਜਕ ਸਨ ਉਹ ਪੰਜਾਬੀ ਵਿੱਚ ਹੀ ਉਹਨਾਂ ਵੱਲੋਂ ਨੋਟਿਸ ਆ ਰਹੇ ਸਨ, ਹਾਲਾਂਕਿ ਦੂਸਰੇ ਅਸੀਂ ਲੋਕ ਅੰਗਰੇਜ਼ੀ ਜਵਾਬ ਦੇ ਰਹੇ ਸੀ। ਪੂਰਬੀ ਪੰਜਾਬ ਜਿਹੜਾ ਹੈ ਉਸ ਵਿੱਚ ਕੁਝ ਲੋਕਾਂ ਦੇ ਮੈਂ ਨਾਂ ਲਿਖੇ ਨੇ, ਇਹ ਜ਼ਿਆਦਾ ਪ੍ਰਸਿੱਧ ਹੋਏ ਨੇ, ਪਰ ਇਹਨਾਂ ਨਾਵਾਂ ਨੂੰ ਮੈਂ ਗਿਣਨ ਦੀ ਲੋੜ ਨਹੀਂ ਸਮਝਦਾ, ਆਪ ਦੇਖ ਸਕਦੇ ਹੋ।
ਪ੍ਰਵਾਸੀ ਪੰਜਾਬੀ ਸਾਹਿਤ ਅਖੀਰ ਦੇ ਉੱਤੇ ਮੈਂ ਇੱਥੇ ਗੱਲ ਸੰਖੇਪ ਕਰਦਾ। ਇਹ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਨਿਕਲ ਕੇ ਦੁਨੀਆ ਦੇ ਦੂਸਰੇ ਮੁਲਕਾਂ ਦੇ ਵਿੱਚ ਜਾ ਕੇ ਪ੍ਰਵਾਸੀ ਲੇਖਕਾਂ ਨੇ ਆਪਣੇ ਅਨੁਭਵ, ਆਪਣੇ ਨਸਲੀ ਵਿਤਕਰੇ, ਔਰਤਾਂ ਦੀਆਂ ਮੁਸ਼ਕਲਾਵਾਂ, ਇਹੋ ਜਿਹੇ ਸਬਜੈਕਟਸ ਉੱਤੇ ਲਿਖਿਆ ਹੈ। ਪਰ ਨਾਲ ਦੀ ਨਾਲ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਉਹਨਾਂ ਨੇ ਗੁਰਬਾਣੀ ਤੋਂ ਜਿਹੜੀ ਡੇਰਾਈਵ ਹੋਈ ਹੈ ਅਧਿਆਤਮਕਤਾ, ਜੋ ਸਪਿਰਿਚੁਅਲਿਟੀ ਹੈ, ਗੁਰੂ ਗ੍ਰੰਥ ਸਾਹਿਬ ਜੀ ਤੋਂ ਜਿਹੜੀ ਮਿਲੀ ਹੈ, ਉਸ ਨੂੰ ਉਹਨਾਂ ਨਹੀਂ ਛੱਡਿਆ। ਉਹਦੀ ਛਾਪ, ਉਹਦਾ ਇੰਪ੍ਰਿੰਟ ਹਰ ਲੇਖਕ ਦੀ ਲਿਖਤ ਵਿੱਚ ਤੁਹਾਨੂੰ ਨਜ਼ਰ ਆਏਗਾ। ਔਰ ਗੁਰਬਾਣੀ ਦੀ ਵਿਆਖਿਆ ਜਿਹੜੀ ਹੈ ਉਹ ਇੱਕ ਇਹਨਾਂ ਸਭ ਤੋਂ ਮਹੱਤਵਪੂਰਨ ਵਿਸ਼ਾ ਮੈਂ ਸਮਝਦਾ ਕਿ ਜਿਸ ਨੂੰ ਉਹਨਾਂ ਨੇ ਅੱਗੇ ਜਾ ਕੇ ਤੇ ਉਸ ਨੂੰ ਆਪਣਾ ਮੇਨ ਜਿਹੜਾ ਸਬਜੈਕਟ ਬਣਾਇਆ। ਸੋ ਮੈਂ ਲਾਸਟ ਇੱਕੋ ਹੀ ਗੱਲ ਕਹਾਂਗਾ ਕਿ ਇਹ ਇੱਕ ਐਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਹਾਨੀਅਤ ਦਾ ਬੋੜ ਹੈ ਜਿਹੜੀ ਇੱਕ ਭਟਕਦੀ ਮਨੁੱਖਤਾ ਨੂੰ ਰੂਹਾਨੀ ਜਾਂ ਸਪਿਰਿਚੁਅਲ ਗਿਆਨ ਔਰ ਸ਼ਾਂਤੀ ਦਾ ਇਹ ਰੁੱਖ ਦਿੰਦਾ ਹੀ ਹੈ। ਪਰ ਪੰਜਾਬੀ ਸਾਹਿਤ ਜਿਹੜਾ ਹੈ ਇਹ ਵੀ ਜੇ ਦੇਖਿਆ ਜਾਏ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਂ ਹੇਠ ਹੀ ਅੱਜ ਤੱਕ ਇਹਦਾ ਵਿਕਾਸ ਹੋਇਆ ਔਰ ਅੱਗੇ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਆਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਆਈ ਥਿੰਕ ਜਿਸ ਤਰ੍ਹਾਂ ਪਹਿਲੇ ਵੀ ਆਪਾਂ ਜ਼ਿਕਰ ਕੀਤਾ ਕਿ ਇੱਕ ਬੜਾ ਯੂਨੀਕ ਅਪਰੋਚ ਹੈ ਜਿਹੜੀ ਤੁਸੀਂ ਕੀਤੀ ਜਿਹੜੀ ਗੱਲ। ਤੇ ਸੋ ਐਨੀਵੇਜ਼ ਬਿਫੋਰ ਵੀ ਗੋ ਐਨੀ ਫਰਦਰ, ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਆਪਣੇ ਆਪ ਨੂੰ ਅਨਮਿਊਟ ਕਰਕੇ ਤੇ ਕੋਈ ਵੀ ਸਵਾਲ ਜਾਂ ਕਮੈਂਟ ਤੁਹਾਡੇ ਮਨ 'ਚ ਹੈ ਤੇ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਜੀ।